ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਿਉ ਬੁਲਾਵਹਿ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੁਹਾਰੀ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਕਿਰਪਾ ਹੋਈ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸਮਾਂ ਮਿਲਿਆ ਹੈ। ਜੋ ਵੀ ਰੱਬ ਦੇ ਪਰਮੇਸ਼ਰ ਦੇ ਪਿਆਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਵਿਖੇ ਨਤਮਸਤਕ ਹੋ ਰਹੇ ਹੋ, ਸਭ ਧੰਨਤਾ ਦੇ ਯੋਗ ਹੋ ਜੀ, ਵੱਡਿਆਂ ਕਰਮਾਂ ਵਾਲੇ ਹੋ। ਸੋ ਸਾਧ ਸੰਗ ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ, ਲੜੀਵਾਰ ਕਥਾ ਵਿਚਾਰ ਜੋ ਉਹਦੀ ਕਿਰਪਾ ਦੇ ਨਾਲ ਆਪਾਂ ਹਰ ਰੋਜ਼ ਕਰਦੇ ਹਾਂ, ਸੁਣਦੇ ਹਾਂ। ਮਾਲਕ ਨੇ ਅੱਜ ਵੀ ਸਮਾਂ ਬਖਸ਼ਿਆ। ਇਸ ਮਿਲੇ ਵੇ ਸਮੇਂ ਨੂੰ ਲੇਖੇ ਲਾਈਏ, ਸਫਲਾ ਬਣਾਉਣ ਦਾ ਯਤਨ ਕਰੀਏ ਭਾਈ। ਕੱਲ ਜੋ ਉਸ ਮਾਲਕ ਦੇ
ਸਰਗੁਣ ਸਰੂਪ ਬਾਰੇ ਵਿਚਾਰ ਕਰ ਰਹੇ ਸੀ ਕਿ ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਉਹਨਾਂ ਦਾ ਨਿਸ਼ਚਾ ਦੱਸਦੇ ਹੋਏ ਮਹਾਰਾਜ ਜੀ ਨੇ ਜੋ ਸਰਗੁਣ ਸਰੂਪ ਹੈ ਮਾਲਕ ਦਾ ਉਹਦੇ ਬਾਰੇ ਵਿਚਾਰ ਮਹਾਰਾਜ ਨੇ ਬਖਸ਼ੀ ਆ। ਉਹ ਕਹਿੰਦੇ ਆਪੇ ਗੁਣ ਆਪੇ ਕਥੇ ਆਪੇ ਸੁਣੇ ਵਿਚਾਰ। ਉਹ ਆਪ ਹੀ ਕਥਨ ਕਰਨ ਵਾਲਾ ਆਪ ਹੀ ਉਹ ਸੁਣਨ ਵਾਲਾ ਆਪ ਹੀ ਉਹਦੇ ਗੁਣ ਨੇ ਸਾਰੇ। ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ। ਤੇ ਫਿਰ ਕਹਿਣਾ ਕੀ ਹੈ ਇਹ ਪ੍ਰਮਾਤਮਾ ਆਪ ਹੀ ਤੂੰ ਸ਼ਬਦ ਰੂਪ ਵੈਰਾਗ ਰੂਪ ਨਾਮ ਰੂਪ ਰਤਨ ਹੈ ਤੇ ਆਪ ਹੀ ਉਹਨੂੰ ਪਰਖਣ ਵਾਲਾ ਵੀ ਆ। ਤੇ ਤਾਂ ਹੀ ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ। ਉਹ ਮਾਲਕ ਤ੍ਰੈ ਕਾਲ ਸੱਚ ਹੈ। ਆਪ ਹੀ ਆਪਣੇ ਪਿਆਰਿਆਂ ਨੂੰ ਮਾਣ ਬਖਸ਼ਦਾ ਹੈ, ਮਰਾਤਬਾ ਦੇਣ ਵਾਲਾ। ਉਹ ਆਪ ਵੱਡਾ ਹੈ ਤੇ ਸਾਰਿਆਂ ਨੂੰ ਮਾਣ ਸਤਿਕਾਰ ਦੇਣ ਵਾਲਾ ਹੈ, ਸਭ ਨੂੰ ਵੱਡੇ ਕਰਨ ਵਾਲਾ ਹੈ, ਉਪਦੇਸ਼ ਦੇਣ ਵਾਲਾ ਹੈ। ਹਰ ਜੀਉ ਤੂੰ ਕਰਤਾ ਕਰਤਾਰ। ਐ ਪ੍ਰਮਾਤਮਾ ਤੂੰ ਆਪ ਹੀ ਸਾਰੇ ਸੰਸਾਰ ਦਾ ਕਰਤਾ ਧਰਤਾ ਰਚਣ ਵਾਲਾ ਹੈ, ਪੈਦਾ ਕਰਨ ਵਾਲਾ ਹੈ। ਸਾਰੀ ਸ੍ਰਿਸ਼ਟੀ ਆਪ ਹੀ ਤੂੰ ਰਚੀ ਹੈ। ਜਿਸ ਤਰ੍ਹਾਂ ਕਹਿੰਦੇ ਪਾਣੀ ਵਿੱਚੋਂ ਤਰੰਗਾਂ ਪੈਦਾ ਹੁੰਦੀਆਂ ਨੇ, ਆਪ ਜੀ ਨੇ ਆਪਣੇ ਕਰਤਾਰ ਕਹੀਏ ਕਰ ਕਹੀਏ ਹੱਥਾਂ ਵਿੱਚੋਂ ਸਾਰੀ ਆ ਜੋ ਜੀਵਾਂ ਦੀ ਪ੍ਰਾਲਬਧ ਹੈ ਤੇ ਚੇਤਨ ਸਤਾ ਰੂਪ ਰੋਜੀ ਰੂਪ ਕਹੀਏ ਤਾਰ ਫੜੀ ਹੋਈ ਆ। ਭਾਵ ਸਾਰੇ ਜੀਵ ਆਪ ਜੀ ਦੇ ਹੀ ਬਸ ਵਿੱਚ ਨੇ ਤੇ ਜਿਉਂ ਭਾਵ ਹੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ। ਐ ਖੁਦਾ ਜਿਸ ਤਰ੍ਹਾਂ ਪਿੱਛੇ ਤੈਨੂੰ ਭਾਉਂਦਾ ਸੀਗਾ ਉਸੇ ਤਰ੍ਹਾਂ ਤੂੰ ਆਪਣੇ ਪਿਆਰਿਆਂ ਨੂੰ ਰੱਖਦਾ ਰਿਹਾ। ਜਿਵੇਂ ਹੁਣ ਭਾਉਂਦਾ ਉਹਨਾਂ ਦੀ ਰੱਖਿਆ ਤੂੰ ਕਰ ਰਿਹਾ। ਇਸੇ ਤਰ੍ਹਾਂ ਅੱਗੇ ਨੂੰ ਵੀ ਜਿਸ ਤਰ੍ਹਾਂ ਤੈਨੂੰ ਭਾਏਗਾ ਉਵੇਂ ਹੀ ਆਪਣੇ ਭਗਤਾਂ ਦੀ ਤੂੰ ਰੱਖਿਆ ਕਰਦਾ ਰਹੇਗਾ। ਜਿਸ ਤਰ੍ਹਾਂ ਕਹਿੰਦੇ ਆਪ ਜੀ ਨੂੰ ਭਾਵੇ ਉਸੇ ਤਰ੍ਹਾਂ ਰੱਖੋ। ਅਸੀਂ ਹਰ ਹਾਲਤ ਭਾਵ ਦੁੱਖ ਸੁੱਖ ਦੇ ਵਿੱਚ ਖੁਸ਼ ਹਾਂ, ਪ੍ਰਸੰਨ ਹਾਂ। ਪਰ ਐ ਮਾਲਕ ਐ ਵਾਹਿਗੁਰੂ ਜੀ ਐਸੀ ਕਿਰਪਾ ਕਰੋ ਕਿ ਸਾਨੂੰ ਆਪ ਜੀ ਦੇ ਨਾਮ ਦੀ ਕਮਾਈ ਕਰਨੀ ਮਿਲੇ, ਭਾਵ ਨਾਮ ਦੇ ਜਪਣ ਦਾ ਕਰਤੱਵ ਸ੍ਰੇਸ਼ਟ ਚਾਰ ਪ੍ਰਾਪਤ ਹੋ ਜਾਏ। ਅਠੇ ਪੈਰ ਆਪ ਦਾ ਨਾਮ ਜਪਦੇ ਰਹੀਏ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਇਹ ਉਚਾਰ। ਤੇ ਮਹਾਰਾਜ ਕਹਿੰਦੇ ਆਪੇ ਹੀਰਾ ਨਿਰਮਲਾ ਆਪੇ ਰੰਗ ਬਸੀਠ। ਐ ਵਾਹਿਗੁਰੂ ਜੀ
ਤੂੰ ਆਪ ਹੀ ਮੈਲ ਤੋਂ ਰਹਿਤ ਨਾਮ ਰੂਪ ਹੀ ਰਹਿ। ਆਪ ਹੀ ਨਾਮ ਰੂਪ ਹੈ ਤੇ ਆਪ ਹੀ ਨਿਰਮਲਾ ਕੀਏ ਚਿੱਤ ਨੂੰ ਮਲ ਵਿਖੇਪ ਦੇ ਮੈਲ ਤੋਂ ਰਹਿਤ ਕਰਨ ਵਾਲਾ ਉਜਲ ਸਰੂਪ ਹੈ। ਅਤੇ ਆਪ ਹੀ ਪ੍ਰੇਮ ਰੂਪ ਭਗਤੀ ਰੂਪ ਮਜੀਠ ਦੀ ਨਿਆਈ ਪੱਕਾ ਰੰਗ ਹੈ। ਆਪੇ ਮੋਤੀ ਉਜਲੋ ਆਪੇ ਭਗਤ ਬਸੀਠ। ਆਪ ਹੀ ਤਰ ਤੀਬਰ ਤਰ ਤਮ ਵੈਰਾਗ ਰੂਪ ਉਜਲ ਮੋਤੀਆਂ। ਆਪ ਹੀ ਪ੍ਰੇਮ ਰੂਪ ਮੋਤੀ ਹੈ। ਚਿੱਤ ਨੂੰ ਪਵਿੱਤਰ ਕਰਨ ਵਾਲਾ ਹੈ। ਐਸਾ ਵੈਰਾਗ ਹਿਰਦੇ ਵਿੱਚ ਆ ਜਾਵੇ ਤਾਂ ਜਗਿਆਸੂ ਬ੍ਰਹਮਪੁਰੀ ਆਦਿ ਦੇ ਪਦਾਰਥਾਂ ਨੂੰ ਵੀ ਕਾਂ ਦੀ ਵਿਸ਼ਟਾ ਸਮਾਨ ਸਮਝ ਕੇ ਤਿਆਗ ਦਿੰਦਾ ਹੈ। ਬ੍ਰਹਮਪੁਰੀ ਦੇ ਆਨੰਦ ਜਿਹੜੇ ਨੇ, ਪਦਾਰਥ ਜਿਹੜੇ ਨੇ, ਜਿਵੇਂ ਹੁਣ ਸਾਡਾ ਕਲਯੁਗੀ ਦੁਨਿਆਵੀ ਜੀਵਾਂ ਦਾ ਮੰਗਣਾ ਪਦਾਰਥ ਵਸਤੂਆਂ, ਇੱਥੇ ਜਦੋਂ ਉਹਦੇ ਰੰਗ ਦੇ ਵਿੱਚ ਉਹਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਅਵਸਥਾ ਬਣ ਜਾਂਦੀ ਆ, ਬੰਦਾ ਬ੍ਰਹਮਪੁਰੀ ਦੇ ਆਨੰਦ ਜਿਹੜੇ ਨੇ, ਪਦਾਰਥ ਜਿਹੜੇ ਨੇ, ਉਹਨਾਂ ਨੂੰ ਕਾਂ ਦੀ ਵਿਸ਼ਟਾ ਜਿਹੜੀ ਆ ਨਾ, ਉਹਦੇ ਸਮਾਨ ਸਮਝ ਕੇ ਤਿਆਗ ਦਿੰਦਾ ਹੈ। ਅਧਿਆਤਮ ਪ੍ਰਕਾਸ਼ ਦੇ ਵਿੱਚ ਬਚਨ ਹੈ ਕਿ ਬ੍ਰਹਮਾ ਇੰਦਰ ਆਦ ਲਓ ਹੋਤ ਦੇ ਤਰ ਭੋਗ। ਕਾਕ ਵਿਸ਼ਵ ਸਮ ਜੇ ਗਿਨੈ ਬੀਤ ਰਾਗ ਤੇ ਲੋਗ। ਬ੍ਰਹਮਪੁਰੀ ਦੇ ਆਨੰਦ ਨੂੰ ਵੀ ਕਾਂ ਦਾ ਵਿਸ਼ਟਾ ਸਮਝਣਾ। ਇਹ ਜਦੋਂ ਬ੍ਰਹਮ ਦਾ ਆਨੰਦ ਆਏਗਾ ਨਾ ਜੀ, ਉਦੋਂ ਅਵਸਥਾ ਬਣਨੀ ਆ। ਕਹਿੰਦੇ ਤੂੰ ਆਪ ਹੀ ਭਗਤ ਰੂਪ ਹੈ ਤੇ ਆਪ ਹੀ ਭਗਤਾਂ ਦੀ ਬਸੀਠ ਕੀਏ ਵਿਚੋਲਗੀ ਕਰਨ ਵਾਲਾ। ਭਾਵ ਹੋਰ ਜਗਿਆਸੂਆਂ ਨੂੰ ਭਗਤਾਂ ਦੇ ਨਾਲ ਮਿਲਣ ਵਾਲਾ ਹੈ। ਭਗਤੀ ਦੇ ਤਾਈਂ ਦ੍ਰਿੜ ਕਰਾਉਣ ਵਾਲਾ ਅਤੇ ਜਗਿਆਸੂਆਂ ਨੂੰ ਆਪਣੇ ਨਾਲ ਮਿਲਾਉਣ ਵਾਲਾ ਗੁਰੂ ਰੂਪ ਵਕੀਲ ਵਿਚੋਲਾ ਵੀ ਤੂੰ ਆਪ ਹੀ ਹੈ। ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਗੁਰੂ ਸਾਹਿਬ ਜਿਹੜੇ ਆ ਨਾ ਜੀ, ਗੁਰੂ ਸਾਹਿਬ ਸਤਿਗੁਰੂ, ਉਹ ਸਾਡੇ ਦਰਗਾਹ ਦੇ ਵਕੀਲ ਨੇ। ਤੇ ਫਿਰ ਜਿਨ੍ਹਾਂ ਦੀ ਵਕਾਲਤ ਗੁਰੂ ਕਰਦਾ ਪਰਮੇਸ਼ਰ ਰੂਪ, ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ। ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ। ਐ ਅੰਤਰਜਾਮੀ ਐਸੀ ਕਿਰਪਾ ਕਰੋ ਕਿ ਅਸੀਂ ਸਤਿਗੁਰਾਂ ਦੇ ਸ਼ਬਦ ਦੁਆਰਾ ਆਪ ਜੀ ਨੂੰ ਸਲਾਹੁਣਾ ਕਰੀਏ। ਤੁਸੀਂ ਅਡੀਠ ਕਹੀਏ, ਦਿਸਣ ਤੋਂ ਰਹਿ ਤੋਂ, ਦਿਖਦੇ ਨਹੀਂ, ਪਰੰਤੂ ਗੁਰਾਂ ਦੇ ਸ਼ਬਦ ਸਲਾਹੁਣੇ ਕਰਕੇ ਘਟਾਂ ਘਟਾਂ ਦੇ ਵਿੱਚ ਦਿਸ ਪੈਂਦੇ ਹੋ। ਐ ਵਾਹਿਗੁਰੂ ਤੂੰ ਸਾਰਿਆਂ ਘਟਾਂ ਘਟਾਂ ਵਿੱਚ ਵਿਆਪਕ ਹੈ। ਅਗਿਆਨੀ ਆਪ ਨੂੰ ਦੇਖ ਨਹੀਂ ਸਕਦੇ, ਉਹਨਾਂ ਵਾਸਤੇ ਤੂੰ ਅਡਿੱਠ ਹੈ। ਪਰ ਗੁਰਮੁਖਾਂ ਨੂੰ ਸਾਰਿਆਂ ਘਟਾਂ ਵਿੱਚ ਪ੍ਰਗਟ ਤੂੰ ਦਿਖ ਰਿਹਾ। ਇੱਥੋਂ ਤੱਕ ਕਿ ਅਗਿਆਨੀਆਂ ਦੇ ਹਿਰਦੇ ਵਿੱਚ ਵੀ ਉਹ ਤੈਨੂੰ ਦੇਖਦੇ ਨੇ।
ਐ ਪਰਮੇਸ਼ਰ ਤੂੰ ਸੰਸਾਰ ਵਾਸਤੇ ਅਡੀਠ ਹੈ, ਪਰ ਕਿਸੇ ਨੂੰ ਨਹੀਂ ਦੀਂਦਾ, ਪਰ ਆਪ ਤੂੰ ਸਾਰਿਆਂ ਘਟਾ ਘਟਾਂ ਵਿੱਚ ਵਿਆਪਕ ਹੋ ਕੇ ਸਾਰਿਆਂ ਨੂੰ ਦੇਖ ਰਿਹਾ। ਆਪੇ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਹੈ ਅੰਦਰ ਉਹ ਵੇਖੈ, ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਸਭ ਦੇ ਵਿੱਚ ਉਹ ਬੈਠਾ ਵੇਖ ਰਿਹਾ, ਪਰ ਉਹ ਕਿਸੇ ਨੂੰ ਦੇਂਦੇ ਹੀ ਨਹੀਂ। ਹੁਕਮ ਚਲਾਏ ਸੋਈ ਜੀਓ। ਹੁਕਮ ਚਲਾਉਣ ਵਾਲਾ ਉਹ ਆਪ ਹੀ ਵਾਹਿਗੁਰੂ ਆ। ਮਹਾਰਾਜ ਕਹਿੰਦੇ ਆ, ਆਪੇ ਸਾਗਰ ਬੋਹਿ ਥਾ, ਆਪੇ ਪਰ ਪਾਰ। ਕਹਿ ਰੱਬ ਜੀ ਤੂੰ ਆਪ ਹੀ ਪ੍ਰਤੱਖ, ਆਪ ਸੰਸਾਰ ਰੂਪ ਸਮੁੰਦਰ ਹੈ, ਤੇ ਆਪ ਹੀ ਬੈਰਾਗ ਰੂਪ ਉਰਬਾਰਲਾ ਕਿਨਾਰਾ ਹੈ, ਤੇ ਮੁਕਤ ਰੂਪ ਪਾਰਲਾ ਕਿਨਾਰਾ ਵੀ ਤੂੰ ਆਪ ਹੀ ਆ। ਆਪ ਹੀ ਵੈਰਾਗ ਰੂਪ ਕਿਨਾਰੇ ਤੋਂ ਮੁਕਤ ਰੂਪ ਕਿਨਾਰੇ ਤੱਕ ਲਿਜਾਣ ਵਾਲਾ, ਉਹ ਤੂੰ ਕਿਰਪਾ ਕਰਦਾ। ਨਾਮ ਰੂਪ ਜਹਾਜ਼ ਜਿਹੜਾ ਉਹ ਬਖਸ਼ਦਾ। ਆਪ ਹੀ ਪਾਰਾਵਾਰ ਵਾਲਾ ਸਰਗੁਣ ਸਰੂਪ ਹੋ ਕੇ ਪ੍ਰਾਪਤ ਹੋਣ ਵਾਲਾ ਹੈ। ਆਪ ਹੀ ਨਿਰਗੁਣ ਸਰੂਪ ਹੋ ਕੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਸਾਚੀ ਬਾਟ ਸੁਜਾਨ ਤੂੰ, ਸ਼ਬਦ ਲੰਘਾਵਣ ਹਾਰ। ਕਹਿੰਦੇ ਤੂੰ ਆਪ ਹੀ ਸੱਚੀ ਭਗਤੀ ਰੂਪ ਬਾਟ ਕਹੀਏ ਰਸਤਾ ਹੈ। ਆਪ ਹੀ ਸੁਜਾਨ ਕਹੀਏ ਅੰਤਰਜਾਮੀ ਗੁਰੂ ਹੋ ਕੇ ਗੁਰਮੁਖਾਂ ਨੂੰ ਸੱਚੀ ਭਗਤੀ ਦੇ ਰਸਤੇ ਤੇ ਤੋਰਦਾ ਹੈ। ਆਪ ਹੀ ਸ਼ਬਦ ਰੂਪ ਪ੍ਰਮਾਣ ਪੱਤਰ ਭਾਵ ਟਿਕਟ ਦੇ ਕੇ ਨਾਮ ਦੇ ਜਹਾਜ਼ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ। ਸ਼ਬਦ ਰੂਪ ਅਨੁਕੂਲੀ ਪਾਉਣ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ। ਗੁਰੂ ਰੂਪ ਮਲਾ ਵੀ ਤੂੰ ਆਪ ਹੈ। ਗੁਰਮੁਖਾਂ ਦੀ ਅਵਸਥਾ ਦੀ ਗੱਲ ਆ। ਤੇ ਜੋ ਮਨਮੁਖ ਹੈ ਉਹ ਅੰਦਰ ਵਸਣ ਵਾਲੇ ਨੂੰ ਬੜੀ ਦੂਰ ਸਮਝਦਾ ਹੈ। ਸਭ ਕੁਛ ਪਾਰ ਲੰਘਾਉਣ ਵਾਲਾ ਉਹ ਗੁਰੂ ਰੂਪ ਮਲਾ ਆਪ ਹੀ ਹੈ। ਬਸ ਬੰਦੇ ਨੂੰ ਨਿਸ਼ਚਾ ਕਰਕੇ ਉਹਦੇ ਸਰਗੁਣ ਸਰੂਪ ਬਾਰੇ ਜਾਣ ਕਰਕੇ, ਨਿਰਗੁਣ ਸਰੂਪ ਬਾਰੇ ਜਾਣ ਕਰਕੇ ਤੁਰਨਾ ਪਊਗਾ। ਨਿਡਰਿਆਂ ਡਰ ਜਾਣੀ ਹੈ, ਬਾਜ ਗੁਰੂ ਗੋਬਾਰ। ਐ ਪਰਮੇਸ਼ਰ ਜੋ ਤੇਰੇ ਨਿਡਰਿਆਂ ਕਹੀਏ, ਜੋ ਭੈ ਤੋਂ ਰਹਿਤ ਨੇ, ਜਿਹੜੇ ਨਹੀਂ ਡਰਦੇ। ਕਹਿੰਦੇ ਜੋ ਭੈ ਤੋਂ ਰਹਿਤ ਹਨ, ਉਹਨਾਂ ਨੂੰ ਅਨੇਕਾਂ ਪ੍ਰਕਾਰ ਦਾ ਡਰ ਪ੍ਰਾਪਤ ਹੋਏਗਾ। ਇਹ ਸ਼ਾਸਤਰਾਂ ਦੁਆਰਾ ਜਾਣੀਦਾ ਕਿ ਜੋ ਡਰਨਾ ਨਹੀਂ ਕਰ ਰਹੇ, ਜੈ ਤੇ ਜੈ ਭੈ ਪਰਲੋਕ ਤੈ ਜਨਮ ਵੇਦ ਨਾ ਜਾਤ, ਅਣ ਰੱਖਿਆ ਅਰ ਗੁਪਤ ਭੈ ਅਕਸ਼ ਮਾਤਰ ਭੈ ਸਾਥ। ਸਤਿਗੁਰਾਂ ਤੋਂ ਬਿਨਾ ਅਗਿਆਨ ਰੂਪ ਗੁਬਾਰ ਕਹੀਏ ਗਾੜਾ ਹਨੇਰਾ ਬਣਿਆ ਰਹਿੰਦਾ ਹੈ, ਜਿਸ ਕਰਕੇ ਜੀਵਾਂ ਨੂੰ ਆਪਣੇ ਸਰੂਪ ਦੀ ਲਖਤਾ ਜਿਹੜੀ ਆ ਉਹ ਨਹੀਂ ਹੁੰਦੀ। ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ। ਕਹਿੰਦੇ ਐ ਕਰਤਾ ਰਚਨਹਾਰ ਵਾਹਿਗੁਰੂ ਇੱਕ ਤੈਨੂੰ ਹੀ ਸਥਿਤ ਅਸਥਿਰ
ਜੋ ਸਦਾ ਰਹਿਣ ਵਾਲਾ ਹੈ। ਇੱਕ ਤੈਨੂੰ ਹੀ ਦੇਖੀਦਾ, ਹੋਰ ਕਿੰਨੀ ਸ੍ਰਿਸ਼ਟੀ ਆਉਣ ਜਾਣ ਵਾਲੀ, ਭਾਵ ਜੰਮਣ ਮਰਨ ਵਾਲੀ ਆ। ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਦੇਖਣਾ ਕਰੀਏ ਕਿ ਇੱਕ ਕਰਤਾ ਪੁਰਖ ਹੀ ਸਥਿਤ ਰਹਿਣ ਵਾਲਾ, ਸਦਾ ਰਹਿਣ ਵਾਲਾ, ਹੋਰ ਗਿਣਤੀ ਨਹੀਂ। ਕਿਤਨੀ ਸ੍ਰਿਸ਼ਟੀ ਜਨਮ ਧਾਰ ਕੇ ਆਉਂਦੀ ਆ ਤੇ ਮਰ ਕੇ ਚਲੀ ਜਾਂਦੀ ਹੈ। ਭਾਵ ਜੰਮਣ ਮਰਨ ਵਿੱਚ ਹੀ ਜੀਵ ਭੌਂਦੇ ਰਹਿੰਦੇ ਨੇ। ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਕਰਤੇ ਪੁਰਖ ਨੂੰ ਦੇਖਣਾ ਕੀਤਾ ਹੈ, ਭਾਵ ਵਾਹਿਗੁਰੂ ਦੇ ਦਰਸ਼ਨ ਕੀਤੇ ਨੇ, ਉਹ ਫਿਰ ਅਸਥਿਤ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਆ। ਅਸਥਿਤ ਰਹਿਣ ਵਾਲਾ ਇੱਕ ਕਰਤਾ ਪੁਰਖ ਹੀ ਹੈ, ਉਹਦੇ ਪਿਆਰੇ ਨੇ, ਜਿਹਦਾ ਜੀਵਨ ਸਦਾ ਫਿਰ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਉਹਨਾਂ ਦਾ ਸਰੀਰ ਆਉਂਦਾ ਹੈ, ਸਰੀਰ ਤਾਂ ਚਲੋ ਮਰ ਜਾਂਦਾ, ਚਲਾ ਜਾਂਦਾ, ਪਰ ਗੁਰਮੁਖੋ ਜਿਨ੍ਹਾਂ ਨੇ ਪਰਮੇਸ਼ਰ ਵੱਲ ਨੂੰ ਤੁਰਨਾ ਕੀਤਾ, ਉਹ ਅਮਰ ਹੋ ਗਏ। ਅਮਰ ਇਹ ਨਹੀਂ ਆ ਕਿ ਉਹਨਾਂ ਦਾ ਸਰੀਰ ਅਮਰ ਹੋ ਜਾਂਦਾ ਹੈ, ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਜਿਹੜਾ ਨਾ, ਜੀਵਨ ਜੋ ਉਹਨਾਂ ਨੇ ਜਿਉਣਾ ਕੀਤਾ ਸੰਸਾਰ 'ਚ, ਉਹ ਅਮਰ ਆ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਹਰ ਸਾਲ ਉਹਨਾਂ ਦੀਆਂ ਬਰਸੀਆਂ, ਉਹਨਾਂ ਦੇ ਜਨਮ ਦਿਹਾੜੇ ਮੰਨਦੇ ਆ। ਬਾਬਾ ਈਸਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਸਰੀਰ ਦਾ ਮਰ ਜਾਣਾ ਇਹ ਨਹੀਂ ਹੈ ਕਿ ਬੰਦਾ ਮਰ ਗਿਆ। ਸਦੀਵ ਜੀਵਨ ਜਿਹੜਾ ਹੈ, ਅਮਰ ਜੀਵਨ ਜਿਹੜਾ ਹੈ, ਉਹ ਆ ਗੁਰੂ ਦੀ ਕਿਰਪਾ ਨਾਲ, ਨਾਮ ਨਾਲ ਹੋਏਗਾ। ਆ ਸਰੀਰ ਮਰਦਾ, ਆਤਮਾ ਨਹੀਂ ਮਰਦੀ। ਆਤਮਾ ਅਮਰ ਹੈ। ਕਿਉਂ? ਇਹ ਆਤਮਾ ਜਿਹੜੀ ਆ, ਆਤਮਾ ਪ੍ਰਾਤਮਾ ਏਕੋ ਕਰੇ। ਆਤਮਾ ਰੱਬ ਦੀ ਜੋਤ ਹੈ, ਉਹਦੇ ਵਿੱਚੋਂ ਆਇਆ ਸੀ, ਤੇ ਪ੍ਰਮਾਤਮਾ ਤਾਂ ਕਦੇ ਮਰਦਾ ਹੀ ਨਹੀਂ। ਸਾਡੀ ਆਤਮਾ ਵੀ ਅਮਰ ਹੈ। ਇਹ ਆਤਮਾ ਅਮਰ ਜਿਹੜੀ ਹੈ, ਉਹਦੇ ਵਿੱਚ ਅਭੇਦ ਹੋ ਜਾਂਦੀ ਆ। ਇਸੇ ਤਰ੍ਹਾਂ ਬੰਦੇ ਦਾ ਜੀਵਨ ਅਮਰ ਹੋ ਜਾਂਦਾ, ਜਿਵੇਂ ਮਾਲਕ ਅਮਰ ਹੈ। ਅਮਰ ਨਾਲ ਮਿਲ ਕੇ ਅਮਰ ਹੋਏਗਾ ਬੰਦਾ, ਜੋ ਸਦਾ ਸਥਿਰ ਰਹਿਣ ਵਾਲਾ। ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮਣਾ ਸੰਸਾਰ 'ਚ ਉੱਚਾ ਹੁੰਦਾ ਰਹੇਗਾ। ਬੜਿਆਂ ਨੇ ਲੋਕਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਦੱਬਣ ਦੀ, ਭਾਵ ਬੜਿਆਂ ਨੇ ਨਿੰਦਿਆ ਕੀਤੀ, ਕਰ ਰਹੇ ਨੇ ਅੱਜ ਵੀ ਕਈ। ਜਿਉਂ ਜਿਉਂ ਨਿੰਦਕ ਨਿੰਦ ਕਰੇ, ਤਿਉਂ ਤਿਉਂ ਦੂਣ ਚੜ੍ਹੈ ਸਵਾਈ। ਜਿਵੇਂ ਜਿਵੇਂ ਕੋਈ ਨਿੰਦਿਆ ਕਰਦਾ ਨਾ ਨਿੰਦਕ ਰੱਬ ਦੇ ਪਿਆਰੇ ਦੀ, ਉਹਦਾ ਕੁਛ ਨਹੀਂ ਵਿਗੜਦਾ, ਕਿਉਂਕਿ ਉਹਦੇ ਵਿੱਚ ਰੱਬ ਵਾਲੇ ਗੁਣ ਆ ਜਾਂਦੇ ਆ। ਇਹ ਅਵਸਥਾ ਬਣਨ ਵਾਲਿਆਂ ਦੀ ਗੱਲ ਆ, ਉਹਦੇ ਵਿੱਚ ਰੱਬ ਵਾਲੇ ਗੁਣ ਆ ਜਾਂਦੇ ਆ। ਉਹਨੂੰ ਕੋਈ ਚੱਕਰ ਹੀ ਨਹੀਂ ਗਾ, ਘੱਟ ਕਵੇ ਕੋਈ ਵੱਧ ਕਵੇ, ਉਹ ਬੜਾ ਜ਼ੋਰ ਲਾਉਂਦੇ ਆ ਜੀ। ਪਰ ਉਹਨਾਂ ਨੂੰ ਇੱਕ ਤਿਣ ਮਾਤਰ ਵੀ ਫਰਕ ਨਹੀਂ ਜੇ ਪੈਂਦਾ। ਉਹ ਸਦਾ ਅਮਰ ਰਹਿਣ ਵਾਲੇ ਮਾਲਕ ਵਿੱਚ ਅਭੇਦ ਹੋ ਜਾਂਦੇ ਆ। ਉਹਨਾਂ ਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਉਹ ਸਤਿਗੁਰਾਂ ਦੇ ਉਪਦੇਸ਼ ਦੁਆਰਾ ਕਰਤੇ ਪੁਰਖ ਨੂੰ ਦੇਖਣਾ ਕਰਦੇ ਨੇ, ਦੀਦਾਰ ਕਰ ਲੈਂਦੇ ਆ। ਉਹ ਜੰਮਣ ਮਰਨ ਤੋਂ ਰਹਿਤ ਹੋ ਗਏ, ਸਦਾ ਅਮਰ ਹੋ ਗਏ। ਇੱਥੇ ਰਹਿਣ ਵਾਲਾ ਇੱਕ ਕਰਤਾ ਪੁਰਖ ਹੀ ਹੈ, ਤੇ ਉਹਦੇ ਪਿਆਰੇ ਨੇ।
ਹੋਰ ਕਿੰਨੀ ਕੁ ਦੁਨੀਆ ਵਾਸ਼ਨਾਵਾਂ ਅਧੀਨ ਜਨਮ ਧਾਰ ਕੇ ਆਉਂਦੀ ਆ, ਮਰ ਕੇ ਚਲੀ ਜਾਂਦੀ ਆ। ਦਸ਼ਮੇਸ਼ ਪਿਤਾ ਕਹਿੰਦੇ ਆ ਜੀ, ਰਾਵਣ ਸੇ ਮਹਾਰਾਵਣ ਸੇ ਕੜਕਾਨੋ ਸੇ ਪਲ ਬੀਚ ਵਿਚਾਰੇ, ਬਾਰਦਨਾਦ ਅਕੰਪਨ ਸੇ ਜਗ ਜੰਗ ਜੁਰੈ ਜਿਨ ਸਿਉ ਜਮ ਹਾਰੇ, ਕੁੰਭ ਅਕੁੰਭ ਸੇ ਜੀਤ ਸਭੇ ਜਗ ਸਤ ਹੂੰ ਸਿੰਧ ਹਥਿਆਰ ਪਖਾਰੇ, ਜੇ ਜੇ ਹੁਤੇ ਅਕਟੇ ਬਿਕਟੇ ਸੋ ਕਟੇ ਕਾਰ ਕਲ ਕਿਰਪਾਨ ਕੇ ਮਾਰੇ। ਭਾਵ ਬੜੇ ਆਏ ਰਾਵਣ ਵਰਗੇ ਤੇ ਉਹ ਤੋਂ ਵੀ ਉੱਪਰ ਦੇ ਮਹਾਰਾਵਣ ਵਰਗੇ, ਕਟਕਾਨੋਂ ਸੇ ਪਲ ਬੀਚ ਪਛਾਰੇ, ਸਦੀਵ ਜੀਵਨ ਉਹਦੇ ਨਾਮ ਚਾ, ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ। ਐ ਪ੍ਰਮਾਤਮਾ ਇੱਕ ਤੂੰ ਹੀ ਆਪ ਹੀ ਨਿਰਮਲ ਸਰੂਪ ਹੈ, ਉਜਲ ਸਰੂਪ ਹੈ, ਹੋਰ ਸਾਰੀ ਸ੍ਰਿਸ਼ਟੀ ਧੰਦਿਆਂ ਚ ਪਾ ਕੇ ਤੂੰ ਬੰਨੀ ਹੋਈ ਹੈ। ਸਾਰੇ ਜੀਵਿਆਂ ਦੇ ਭਾਵ ਆ ਜੀਵਾਂ ਦੇ ਧੰਦੇ ਜਿਹੜੇ ਨੇ, ਜੀਵਾਂ ਦੇ ਗਲਾਂ ਦੇ ਵਿੱਚ ਧੰਦਿਆਂ ਰੂਪੀ ਸੰਗਲ ਪਏ ਨੇ, ਤੇ ਧੰਦਿਆਂ ਦੀਆਂ ਪੈਰਾਂ 'ਚ ਬੇੜੀਆਂ ਪਾ ਕੇ ਸ੍ਰਿਸ਼ਟੀ ਬੰਨੀ ਹੋਈ ਆ। ਮਨ ਦੇ ਸੰਕਲਪਾਂ ਹੀ ਧੰਦੇ ਬਣਨਾ ਹੋ ਗਏ। ਗੁਰ ਰਾਖੇ ਸੇ ਉਭਰੇ ਸਾਚੇ ਸੋ ਲਿਵ ਲਾਏ। ਇਹ ਪ੍ਰਮਾਤਮਾ ਜਿਨ੍ਹਾਂ ਦੇ ਸਤਿਗੁਰਾਂ ਸੱਚੇ ਪਾਤਸ਼ਾਹ ਰਾਖੇ ਹੋ ਜਾਂਦੇ ਆ, ਉਹੋ ਹੀ ਸੰਸਾਰਕ ਧੰਦਿਆਂ ਜਮਾਂ ਤੋਂ ਬਚੇ ਨੇ। ਭਾਵ ਉਹਨਾਂ ਨੂੰ ਆਹ ਧੰਦੇ ਕੰਮ ਜਿਹੜੇ ਆ ਇਤਨਾ ਜ਼ੋਰ ਨਹੀਂ ਪਾ ਸਕਦੇ ਕਿ ਬੰਦਾ ਨੇਮ ਤੋੜ ਦੂ ਆਪਣਾ। ਸਾਡੇ ਕੋਲ ਬਹਾਨੇ ਨੇ। ਹੁਣ ਵੇਖੋ, ਜੋ ਨਾਮ ਬਾਣੀ ਵਾਲੀਆਂ ਰੂਹਾਂ ਨੇ, ਜੋ ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਆ ਜੀ, ਅੰਮ੍ਰਿਤ ਵੇਲੇ ਦੀ ਸਾਂਭ ਕਰਦੇ ਆ ਜਿਹੜੇ, ਇਹ ਤਾਂ ਹੈ ਨਹੀਂ ਕਿ ਉਹ ਸਾਰੇ ਜਾਂ ਤੁਸੀਂ ਵੀ ਵਿਹਲੜੋ ਵੀ ਕੰਮ ਨਹੀਂ ਕਰਦੇ। ਜਮਾਂ ਕੋਈ ਕੰਮ ਨਹੀਂ। ਇੱਕ ਨਾ ਕੋਲੇ ਬਹਾਨਾ ਹੁੰਦਾ ਵੀ ਕੰਮ ਨੇ ਜੀ, ਆਹ ਕਰਨਾ। ਮੈਂ ਕਿਹਾ ਠੀਕ ਹੈ, ਜ਼ਿੰਮੇਵਾਰੀਆਂ ਨੇ ਨਿਭਾਉਣੀਆਂ, ਪਰ ਗੁਰਮੁਖੋ ਬੰਦਾ ਚਾਹਵੇ ਕੀ ਨਹੀਂ ਹੋ ਸਕਦਾ। ਬਾਹਰ ਜਾਣਾ, ਵਿਆਹਾਂ 'ਚ ਜਾਣਾ, ਉਦੋਂ ਬੰਦਾ 2-2 ਰਾਤਾਂ ਕਿਵੇਂ ਕੱਢ ਲੈਂਦਾ ਬਈ, ਕਿਵੇਂ ਸਾਰੀ ਤੇ ਟੱਪੀ ਜਾਂਦਾ, ਕਿਵੇਂ ਸਾਰਾ ਦਿਨ ਪੈਲਸ 'ਚ ਬੈਠਾ ਰਹਿੰਦਾ। ਉਦੋਂ ਵੀ ਤਾਂ ਮਨ ਬਣਦੀ ਆ। ਉਦੋਂ ਕੰਮ ਕੌਣ ਕਰਦਾ? ਰੱਬ ਨਾ ਕਰੇ ਜਦੋਂ ਕੋਈ ਮੰਜੇ ਨਾਲ ਜੁੜ ਜਾਂਦਾ, ਉਦੋਂ ਕੌਣ ਕਰਦਾ ਕੰਮ? ਉਦੋਂ ਵੀ ਹੁੰਦਾ ਰਹਿੰਦਾ। ਅੱਜ ਸਾਨੂੰ ਲੱਗਦਾ ਮੈਂ ਕਰਦਾ, ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਮਹਾਰਾਜ ਕਹਿੰਦੇ ਆ ਜੀ, ਜਬ ਕਸ ਨਾ ਸੀਓ ਤਬ ਕਿਆ ਕਰਤਾ। ਕੰਮ ਸਭ ਨੂੰ ਨੇ, ਕੰਮ ਹਰ ਕੋਈ ਕਰਦਾ, ਪਰ ਇੱਥੇ ਮਨ ਬਣਾਉਣਾ ਪੈਂਦਾ। ਜਿਨ੍ਹਾਂ ਦੇ ਗਲਾਂ 'ਚ ਫਾਹੀ ਆ ਨਾ, ਉਹਦੀ ਜੰਜੀਰਾਂ ਨੇ ਧੰਦਿਆਂ ਦੀਆਂ, ਚਿੰਤਾ ਤਮਾ ਜ਼ਿਆਦੇ ਆ ਵੀ ਆਹ ਹੋ ਜੂ, ਉਹ ਹੋ ਜੂ। ਗੁਰਮੁਖੋ, ਜੇ ਗੁਰੂ ਚਰਨਾਂ 'ਚ ਆ ਕੇ ਕੰਮ ਸਾਡੇ ਵਿਗੜਦੇ ਨੇ, ਸਾਨੂੰ ਲੱਗਦਾ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ, ਕਥਾ ਸੁਣ ਕੇ ਕੰਮ ਸਾਡੇ ਖਰਾਬ ਹੋਣਗੇ, ਫਿਰ ਸਮਝਣਗੇ ਕਿੱਥੇ? ਉਹਨਾਂ ਦੇ ਸਮਝਣਗੇ ਕਿੱਥੇ ਕੰਮ? ਇਹ ਗੁਰੂ ਪਰਮੇਸ਼ਰ ਐਸਾ ਗੁਰਮੁਖ ਆਪਣੇ ਭਗਤਾਂ ਦੇ ਕਾਜ ਉਹ ਆਪ ਸਵਾਰਦਾ। ਧੰਨੇ ਦੀਆਂ ਗਊਆਂ ਚਾਰੀਆਂ ਉਹਨੇ। ਭਗਤ ਨਾਮਦੇਵ ਦੀ ਛਪਰੀ ਬਣਾਈ। ਉਹ ਕਹਿੰਦੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਧੰਦਿਆਂ ਦੀਆਂ ਜੰਜੀਰਾਂ, ਸੰਗਲ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਪਹਿਲਾਂ ਰਾਵਣ ਨੇ ਸਿਰ ਵੱਢੇ, ਮੈਂ ਆਪਣਾ ਸਿਰ ਵੱਢਦਾ, ਮੈਂ ਆਪਣਾ ਵੱਢਦਾ। ਵੱਢੀ ਜਾ, ਰੱਬ ਕਹਿੰਦਾ। ਫਿਰ ਕਹਿੰਦਾ, ਰੱਬਾ ਹੁਣ ਮੈਂ ਤੇਰਾ ਸਿਰ ਵੱਢਣ ਲੱਗਿਆ। ਤੇ ਕਿਸੇ ਨੇ ਦੱਸਤਾ, ਦੇਤਾ ਨੁਕਤਾ ਵੀ ਫੇਰ ਆਊਗਾ। ਜਦ 10ਵੀਂ ਵਾਰੀ ਵੱਢਣ ਲੱਗਿਆ ਨਾ ਜੀ, ਫੇਰ ਆਇਆ ਸੀ ਮਾਲਕ ਵੀ ਹੁਣ ਮੇਰਾ ਸਿਰ ਤੂੰ ਕਿਉਂ? ਭਾਵ ਜਿੰਨਾ ਤੱਕ ਮੈਂ ਮੇਰੀ ਹੈ। ਜਦ ਉਹਦਾ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਤ ਤੂੰ।
ਇੱਕ ਸਮਝਣ ਦਾ ਨੁਕਤਾ ਹੈ। ਜਿਨ੍ਹਾਂ ਨੇ ਸੱਚੇ ਪ੍ਰਮਾਤਮਾ ਨਾਲ ਪ੍ਰੀਤ ਲਾ ਲਈ, ਉਹਨਾਂ ਦੇ ਸਤਿਗੁਰਾਂ ਜੀ ਨੇ ਲੋਕ ਪਰਲੋਕ ਵਿੱਚ ਰੱਖਿਆ ਕੀਤੀ ਹੈ। ਗੁਰਾਂ ਦੀ ਕਿਰਪਾ ਨਾਲ ਉਹ ਸੰਸਾਰ ਸਮੁੰਦਰ ਤੋਂ, ਨਰਕਾਂ ਤੋਂ, ਜੰਮਣ ਮਰਨ ਤੋਂ ਬਚ ਗਏ ਨੇ। ਇਸ ਕਰਕੇ ਸਾਧ ਸੰਗਤ ਕੋਸ਼ਿਸ਼ ਕਰੀਏ ਗੁਰੂ ਚਰਨਾਂ 'ਚ ਆਉਣ ਦੀ, ਅੰਮ੍ਰਿਤ ਵੇਲਾ ਸਾਂਭਣ ਦੀ। ਜੇ ਅਸੀਂ ਟਾਈਮ ਕੱਢਾਂਗੇ ਨਾ ਉਹਦੇ ਰੰਗ 'ਚ, ਉਹਦੇ ਵਾਸਤੇ, ਤਾਂ ਉਹ ਸਾਡੇ ਵਾਸਤੇ ਟਾਈਮ ਕੱਢੋ। ਆਓ ਜੀ, ਭੁੱਲਾਂ ਤੋਂ ਖਿਮਾ। ਇੱਥੇ ਸਮਾਪਤੀ ਹੈ। ਸ਼ਲੋਕ ਪਵਨ ਗੁਰੂ ਭਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਵਰਿਆਈਆਂ ਗੱਜ ਕੇ ਬਈ, ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਤੇ ਆਇਆ।